ਤੁਸੀਂ ਵੇਖ ਰਹੇ ਹੋ ਚੱਕ ਦੇ ਟੀਵੀ ਤੇ ਮੈਂ ਹਾਂ ਸੁਖ ਪੱਟੀਵਾਲ ਲੈ ਕੇ ਹਾਜ਼ਰ ਹੋਇਆ ਹਰ ਜਾਣਕਾਰੀ ਨੂੰ ਤੁਹਾਡੇ ਰੂਬਰੂ ਕਰਦੀਆਂ ਖਬਰਾਂ ਦਾ ਆਗਾਜ਼ ਕਰਨ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ। ਕੋਟਕਪੂਰਾ ਗੋਲੀकांड ਮਾਮਲੇ 'ਚ ਵੱਡਾ ਮੋੜ। ਮਨਤਾਰ ਬਰਾੜ, ਗੁਰਦੀਪ ਪੰਧੇਰ ਅਤੇ ਬਲਜੀਤ ਸਿੰਘ ਨੂੰ ਮਿਲੀ ਜ਼ਮਾਨਤ। फिर मजीठिया ने सिद्धू खिलाफ ताणियां तोपां कीते व्यंगमई वार। मीडिया सामने सिद्धू दे सवाल ते कीती मश्करी। भाजपा आगू नूं देसी कट्टे नाल फोटो शेयर करनी पई महंगी। पुलिस ने दोषी नूं देसी असले समेत कीता काबू। पुलिस मुलाजम दी करतूत होई CCTV कैमरे 'च कैद। अपनी महिला दोस्त नूं गोलियां नाल कीता छली। पतंगबाजी बनी खूनी जंग का कारण। गाली गलोच तो शुरू हुई लड़ाई का दिल दहलाउण वाला अंजाम। दिल्ली की सियासत हुई तेज। मैदान च गरजे केजरीवाल। उम्मीदवारों की सूची की जारी। निर्भया गैंगरेप के दोषियों की फांसी ते सुप्रीम कोर्ट की मोहर। दोषियों की पटीशन हुई रद्द। 22 जनवरी को दिती जाएगी फांसी। ਹੁਣ ਖਬਰਾਂ ਵਿਸਤਾਰ ਨਾਲ। ਬੇਅਦਬੀ ਮਾਮਲੇ ਨਾਲ ਸੰਬੰਧਿਤ ਕੋਟਕਪੂਰਾ ਗੋਲੀकांड ਮਾਮਲੇ 'ਚ ਅਗਰਿਮ ਜ਼ਮਾਨਤ ਤੇ ਚੱਲ ਰਹੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਸਮੇਤ ਗੁਰਦੀਪ ਪੰਧੇਰ ਅਤੇ ਬਲਜੀਤ ਸਿੰਘ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਨਿਯਮੀ ਜ਼ਮਾਨਤ ਮਿਲ ਗਈ ਹੈ। ਗਠਿਤ ਕੀਤੀ ਗਈ ਸਿੱਟ ਵੱਲੋਂ ਆਪਣੀ ਜਾਂਚ ਦੌਰਾਨ ਕੋਟਕਪੂਰਾ ਗੋਲੀकांड 'ਚ 5 ਪੁਲਿਸ ਅਧਿਕਾਰੀਆਂ ਸਮੇਤ ਮਨਤਾਰ ਬਰਾੜ ਨੂੰ ਆਰੋਪੀ ਬਣਾਇਆ ਗਿਆ ਸੀ। ਜਿੱਥੇ ਬੇਅਦਬੀ ਅਤੇ ਗੋਲੀकांड ਮਾਮਲਿਆਂ 'ਚ ਸਿੱਖ ਸੰਗਤ ਲੰਮੇ ਸਮੇਂ ਤੋਂ ਇਨਸਾਫ ਦੀ ਉਡੀਕ ਕਰ ਰਹੀ ਹੈ ਅਤੇ ਇਸ ਮਾਮਲੇ 'ਚ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਵੀ ਕਾਫੀ ਜਦੋਜਹਿਦ ਕਰ ਰਹੀ ਹੈ, ਉੱਥੇ ਹੀ ਇਸ ਮਾਮਲੇ 'ਚ ਆਏ ਦਿਨ ਨਿਤ ਨਵਾਂ ਮੋੜ ਆਉਂਦਾ ਵੀ ਦਿਖਾਈ ਦੇ ਰਿਹਾ। ਹੁਣ ਨਵਾਂ ਮੋੜ ਉਸ ਸਮੇਂ ਆ ਗਿਆ ਜਦੋਂ ਬੇਅਦਬੀ ਮਾਮਲੇ ਨਾਲ ਸੰਬੰਧਿਤ ਕੋਟਕਪੂਰਾ ਗੋਲੀकांड ਮਾਮਲੇ 'ਚ ਅਗਰਿਮ ਜ਼ਮਾਨਤ ਤੇ ਚੱਲ ਰਹੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਸਮੇਤ ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਅਤੇ ਬਲਜੀਤ ਸਿੰਘ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਮਿਲ ਗਈ। ਦੱਸ ਦਈਏ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਗਠਿਤ ਕੀਤੀ ਸਿੱਟ ਵੱਲੋਂ ਆਪਣੀ ਜਾਂਚ ਦੌਰਾਨ ਕੋਟਕਪੂਰਾ ਗੋਲੀकांड 'ਚ 5 ਪੁਲਿਸ ਅਧਿਕਾਰੀਆਂ ਸਮੇਤ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਆਰੋਪੀ ਬਣਾਇਆ ਗਿਆ ਸੀ, ਜਿਸ ਦੇ ਚੱਲਦਿਆਂ 3 ਆਰੋਪੀਆਂ ਨੂੰ ਹਾਈ ਕੋਰਟ ਵੱਲੋਂ ਅਗਰਿਮ ਜ਼ਮਾਨਤ ਮਿਲ ਚੁੱਕੀ ਸੀ, ਜਿਸ ਦੇ ਬਾਅਦ ਹੀ ਇਹ ਜਾਂਚ ਵਿੱਚ ਸ਼ਾਮਲ ਹੋਏ ਸਨ। ਹੁਣ ਇਹਨਾਂ ਦੀ ਜ਼ਮਾਨਤ ਅਰਜ਼ੀ ਪਰ ਫੈਸਲਾ ਦਿੰਦੇ ਹੋਏ मानयोग अदालत वालों इन्हों नियमी जमानत दे दी गई है। 2 पुलिस ऑफिसर्स जिसमें गुरदीप सिंह पंधेर और एक और पुलिस ऑफिसर था और एक मनतार सिंह बराड़ को एंटीसिपेटरी जमानत मिली है, क्योंकि ये पहले इन्वेस्टिगेशन में ज्वाइन कर चुके थे। अब इनकी फर्दर ज़रूरत नहीं थी और ट्रायल में पेश हो रहे हैं। इन बात मेरे ख्याल से तो सबको जमानत मिल चुकी है इस केस में, कोटकपूरा गोलीकांड में। तो इनका किसी और में भी नाम दर्ज था या सिर्फ कोटकपूरा गोलीकांड में था? इनका तो जो गुरदीप सिंह पंधेर का और गुरदीप सिंह पंधेर का तो इसमें कोटकपूरा गोलीकांड में ही है। दूसरे केसों में अभी चलान आया ही नहीं, उसमें सिर्फ चरणजीत शर्मा का ही चलान दिया है। बाकी अभी कह रहे हैं कि इन्वेस्टिगेशन प्रोग्रेस में है, अभी किसी को दिखाया ही नहीं मुलजमों ने। कोटकपूरा गोलीकांड में ही बेल मिली है ना उनके उसमें ही चलान हुआ है। ਜਦੋਂ ਤੋਂ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਦੇ ਸੱਦੇ ਨੂੰ ਨਾ ਕਬੂਲ ਕੀਤਾ, ਉਦੋਂ ਤੋਂ ਹੀ ਇਹ ਖਬਰ ਸੁਰਖੀਆਂ ਬਣੀ ਹੋਈ ਆ। ਜਦੋਂ ਇਸ ਬਾਬਤ ਮੀਡੀਆ ਨੇ ਵਿਕਰਮ ਮਜੀਠੀਆ ਨੂੰ ਸਵਾਲ ਕੀਤਾ ਤਾਂ ਮਜੀਠੀਆ ਸਾਹਿਬ ਨੇ ਸਿੱਧੂ ਨੂੰ ਨਿਸ਼ਾਨਾ ਬਣਾਇਆ। ਉਹਨਾਂ ਦਾ ਕਹਿਣਾ ਹੈ ਕਿ ਮੈਂ ਕਿਹੜਾ ਸਿੱਧੂ ਦਾ ਵਲਾਰਾ ਹਾਂ, ਤੁਸੀਂ ਆਪ ਹੀ ਸਿੱਧੂ ਨੂੰ ਜਾਂ ਫਿਰ ਬੀਬੀ ਸਿੱਧੂ ਨੂੰ ਪੁੱਛੋ। ਮੈਂ ਉਹਦਾ ਸਪੋਕਸਪਰਸਨ ਲੱਗਿਆ ਤੁਹਾਨੂੰ, ਮੈਂ ਉਹਦਾ ਸਪੋਕਸਪਰਸਨ ਲੱਗਿਆ ਤੁਹਾਨੂੰ, ਮੈਂ ਉਹਦਾ ਸਪੋਕਸਪਰਸਨ ਲੱਗਿਆ ਤੁਹਾਨੂੰ। ਮੈਂ ਕਿਹੜਾ ਸਿੱਧੂ ਦਾ ਬੁਲਾਰਾ ਹਾਂ, ਤੁਸੀਂ ਜਾਓ ਸਿੱਧੂ ਦੀ ਕੋਠੀ ਮੂਰੇ, ਤੁਹਾਨੂੰ ਸਿੱਧੂ ਜਾਂ ਬੀਬੀ ਜੀ ਆਪ ਜਵਾਬ ਦੇ ਦੇਣਗੇ। ਇਹ ਬੋਲ ਨੇ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਮਜੀਠੀਆ ਦੇ, ਜਿਨ੍ਹਾਂ ਤੰਜ ਦੇ ਲਹਿਜ਼ੇ ਵਿੱਚ
ਕੈਪਟਨ ਦੇ ਸੱਦੇ ਨੂੰ ਸਿੱਧੂ ਵੱਲੋਂ ਨਾ ਕਬੂਲ ਕੀਤੇ ਜਾਣ ਦੇ ਸੰਦਰਭ ਵਿੱਚ ਕਿਹਾ। ਦਰਅਸਲ ਬਜਟ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਵਿਧਾਇਕਾਂ ਨਾਲ ਮੀਟਿੰਗ ਕਰ ਰਹੇ ਹਨ, ਜਿਸ ਦੇ ਚੱਲਦੇ ਮੁੱਖ ਮੰਤਰੀ ਨੇ ਸ਼ੁਰੂਆਤ ਅੰਮ੍ਰਿਤਸਰ ਤੋਂ ਗਰੁੱਪ ਮੀਟਿੰਗ ਲਈ 4 ਵਿਧਾਇਕਾਂ ਨੂੰ ਸੱਦਾ ਭੇਜ ਕੇ ਕੀਤੀ। ਪਰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੱਦਾ ਕਬੂਲ ਨਹੀਂ ਕੀਤਾ ਤੇ ਮੀਟਿੰਗ ਦਾ ਹਿੱਸਾ ਨਹੀਂ ਬਣੇ। ਜਦੋਂ ਇਹ ਸਵਾਲ ਮੀਡੀਆ ਨੇ ਚੰਡੀਗੜ੍ਹ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਮਜੀਠੀਆ ਤੋਂ ਕੀਤਾ ਤਾਂ ਮਜੀਠੀਆ ਨੇ ਕਿਹਾ ਕਿ ਮੈਂ ਕਿਹੜਾ ਸਿੱਧੂ ਦਾ ਬੁਲਾਰਾ ਹਾਂ, ਤੁਸੀਂ ਆਪ ਹੀ ਸਿੱਧੂ ਨੂੰ ਜਾਂ ਬੀਬੀ ਸਿੱਧੂ ਨੂੰ ਪੁੱਛ ਲਵੋ। ਮੈਂ ਉਹਦਾ ਸਪੋਕਸਪਰਸਨ ਲੱਗਿਆ ਤੁਹਾਨੂੰ, ਮੈਂ ਉਹਦਾ ਸਪੋਕਸਪਰਸਨ ਲੱਗਿਆ ਤੁਹਾਨੂੰ, ਮੈਂ ਉਹਦਾ ਸਪੋਕਸਪਰਸਨ ਲੱਗਿਆ ਤੁਹਾਨੂੰ। ਦੱਸੋ ਕੀ ਕਹਿ ਸਕਦਾ। ਤੁਸੀਂ ਜਾਓ ਨਾ ਆਪਦੇ ਕੈਮਰੇ ਲੈ ਕੇ ਬਾਹਰ ਉਹਦੀਆਂ ਕੰਧਾਂ ਤੇ ਚੜ੍ਹ ਕੇ ਖਲੋ ਜਾਓ, ਦੱਸ ਦੇਣਗੇ ਬੀਬੀ ਜੀ, ਜਾਓ ਦੱਸ ਦੇਣਗੇ ਕੀ ਪ੍ਰੋਬਲਮ ਹੈ, ਜਾਓ ਵਜ਼ੂਰੀ ਦਵਾ ਦਿਓ, ਕੰਮ ਮੁੱਕੇ। ਐਵੇਂ ਭੰਬਲ ਪੂਛੇ ਨੂੰ ਫੜਿਆ। ਮੋਦੀ ਸਰਕਾਰ ਦੇ ਸਰਗਰਮ ਵਰਕਰ ਚੰਦਨਵੀਰ ਸਿੰਘ ਨੇ ਦੇਸੀ ਕੱਟੇ ਨਾਲ ਫੇਸਬੁੱਕ ਤੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਫੋਟੋ ਸ਼ੇਅਰ ਕੀਤੀ ਸੀ। ਜਲੰਧਰ ਪੁਲਿਸ ਨੇ ਦੇਸੀ ਕੱਟੇ ਸਮੇਤ ਭਾਜਪਾ ਆਗੂ ਨੂੰ ਗ੍ਰਿਫਤਾਰ ਕਰ ਕੇਸ ਦਰਜ ਕਰ ਲਿਆ। ਹੁਣ ਦੋਸ਼ੀ ਨੂੰ ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਹਾਲਾਂਕਿ ਪੁਲਿਸ ਇਸ ਬਾਬਤ ਕੋਈ ਵੀ ਖੁਲਾਸਾ ਕਰਨ ਤੋਂ ਬਚਦੀ ਨਜ਼ਰ ਆ ਰਹੀ ਹੈ। ਪੰਜਾਬ 'ਚ ਆਏ ਦਿਨ ਕਿਸੇ ਨਾ ਕਿਸੇ ਪਾਰਟੀ ਦੇ ਕਿਸੇ ਲੀਡਰ ਜਾਂ ਵਰਕਰ ਦੀ ਕੋਈ ਨਾ ਕੋਈ ਅਜਿਹੀ ਕਰਤੂਤ ਸਾਹਮਣੇ ਆ ਜਾਂਦੀ ਆ, ਜਿਸ ਨਾਲ ਜਿੱਥੇ ਪੰਜਾਬ ਦੇ ਹਾਲਾਤ ਵਿਗੜਨ ਦਾ ਡਰ ਰਹਿੰਦਾ, ਉੱਥੇ ਹੀ ਪਾਰਟੀ ਵੀ ਸਵਾਲਾਂ ਦੇ ਘੇਰੇ 'ਚ ਆ ਜਾਂਦੀ ਆ। ਹਾਲਾਂਕਿ ਇੱਕ ਪੋਲੀਟੀਕਲ ਪਾਰਟੀ ਸਿਰ ਹੀ ਹੁੰਦਾ ਆਵਾਮ ਨੂੰ ਸਹੀ ਸੇਧ ਦੇਣਾ, ਪਰ ਅੱਜ ਕੱਲ੍ਹ ਉਹ ਖੁਦ ਹੀ ਗੁੰਡਾਗਰਦੀ 'ਚ ਰੁੱਝੇ ਨਜ਼ਰ ਆ ਰਹੇ ਨੇ। ਅਜਿਹੀ ਹੀ ਇੱਕ ਕਰਤੂਤ ਸਾਹਮਣੇ ਆਈ ਆ ਮੋਦੀ ਸਾਹਿਬ ਦੇ ਇੱਕ ਆਗੂ ਦੀ, ਜਿਸ ਨੇ ਦੇਸੀ ਕੱਟੇ ਨਾਲ ਫੇਸਬੁੱਕ ਤੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਫੋਟੋ ਸ਼ੇਅਰ ਕਰ ਪਤਾ ਨਹੀਂ ਲੋਕਾਂ ਨੂੰ ਕਿਹੋ ਜਿਹਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ। ਦੇਖੋ। ਮਾਮਲਾ ਜਲੰਧਰ ਦਾ, ਜਿੱਥੇ ਦੇ ਥਾਣਾ ਨੰਬਰ 5 ਦੀ ਪੁਲਿਸ ਨੇ ਦੇਸੀ ਕੱਟੇ ਦੇ ਨਾਲ ਇੱਕ ਭਾਜਪਾ ਆਗੂ ਨੂੰ ਗ੍ਰਿਫਤਾਰ ਕੀਤਾ ਅਤੇ ਕੇਸ ਦਰਜ ਕਰ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਿਸ ਇਸ ਬਾਬਤ ਕੋਈ ਵੀ ਖੁਲਾਸਾ ਕਰਨ ਤੋਂ ਬਚਦੀ ਨਜ਼ਰ ਆ ਰਹੀ ਹੈ, ਪਰ ਸੂਤਰਾਂ ਦੀ ਮੰਨੇ ਤਾਂ ਫੜੇ ਗਏ ਭਾਜਪਾ ਵਰਕਰ ਦੀ ਪਹਿਚਾਣ ਚੰਦਨਵੀਰ ਸਿੰਘ ਪੁੱਤਰ ਕੁਲਵੀਰ ਸਿੰਘ ਵਾਸੀ BX ਬਸਤੀ ਦੇ ਤੌਰ ਤੇ ਹੋਈ ਹੈ। ਦੱਸ ਦਈਏ ਕਿ ਜਦੋਂ ਚੰਦਨ ਨੇ ਫੋਟੋ ਸ਼ੇਅਰ ਕੀਤੀ ਸੀ, ਉਦੋਂ ਤੋਂ ਹੀ ਚਾਰੇ ਪਾਸੇ ਹੜਕੰਪ ਮੱਚਿਆ ਹੋਇਆ। ਜਦੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਤੁਰੰਤ ਐਕਸ਼ਨ 'ਚ ਆਉਂਦਿਆਂ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਤੋਂ ਦੇਸੀ ਅਸਲਾ ਵੀ ਬਰਾਮਦ ਕੀਤਾ। ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਦੋਸ਼ੀ ਨੂੰ ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਤੇ ਲੈ ਪੁੱਛਗਿੱਛ ਕੀਤੀ ਜਾਵੇਗੀ। ਸਾਡੇ ਕੋਲ ਨਾ ਕੱਲ ਇਤਲਾ ਆਈ ਸੀਗੀ ਵੀ ਇੱਕ ਦੇਸੀ ਕੱਟਾ ਕੋਈ ਚੰਦਨਵੀਰ ਹੈ ਸਾਨੂੰ ਕੁਲਵੀਰ ਸਿੰਘ ਬਸਤੀ ਨੌ ਦਾ ਉਹਦੇ ਕੋਲ ਹੈ, ਜਿਸ ਸੰਬੰਧੀ ਅਸੀਂ ਪਰਚਾ ਦਰਜ ਕਰਕੇ ਆਪਣੇ ਜੇ ਦੋਸ਼ੀ ਦੇ ਫੇਸਬੁੱਕ ਅਕਾਊਂਟ ਤੇ ਨਜ਼ਰ ਮਾਰੀ ਜਾਵੇ ਤਾਂ ਉਹ ਕਾਫੀ ਸਰਗਰਮ ਵਰਕਰ ਵਜੋਂ ਸਾਹਮਣੇ ਆਇਆ। ਉਸ ਦੀਆਂ ਭਾਜਪਾ ਦੇ ਕਈ ਵਿਧਾਇਕਾਂ ਨਾਲ ਫੋਟੋਆਂ ਵੀ ਫੇਸਬੁੱਕ ਤੇ ਵੇਖੀਆਂ ਗਈਆਂ ਨੇ। ਮਾਮਲਾ ਲੁਧਿਆਣਾ ਚੰਡੀਗੜ੍ਹ ਰੋਡ ਤੇ ਸਥਿਤ 32 ਸੈਕਟਰ ਦਾ, ਜਿੱਥੇ ਇੱਕ ਪੁਲਿਸ ਮੁਲਾਜ਼ਮ ਨੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਆਪਣੀ ਇੱਕ ਮਹਿਲਾ ਦੋਸਤ ਨੂੰ ਆਪਣੀ ਸਰਵਿਸ ਰਿਵਾਲਵਰ ਨਾਲ ਛੱਲੀ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਅਤੇ ਪੀੜਤ ਗੰਭੀਰ ਹਾਲਤ ਵਿੱਚ ਜੇਰੇ ਇਲਾਜ ਆ। ਇਹ ਸਾਰੀ ਘਟਨਾ ਉੱਥੇ ਲੱਗੇ CCTV ਕੈਮਰੇ 'ਚ ਵੀ ਕੈਦ ਹੋ ਗਈ। ਦੇਖੋ ਪੂਰੀ ਖਬਰ।
ਲੁਧਿਆਣਾ ਚੰਡੀਗੜ੍ਹ ਰੋਡ ਸਥਿਤ 32 ਸੈਕਟਰ ਇਲਾਕੇ 'ਚ ਦਹਿਸ਼ਤ ਦੀਆਂ ਇਹ ਉਹ ਤਸਵੀਰਾਂ ਹਨ ਜਿਸ ਨਾਲ ਸ਼ਹਿਰ ਦਹਿਲ ਗਿਆ। ਮਾਮਲਾ ਹੈ ਜਦੋਂ ਖਾਖੀਧਾਰੀ ਨੇ ਆਪਣੇ ਪਿਸਤੌਲ ਨਾਲ ਇੱਕ ਤੋਂ ਬਾਅਦ ਇੱਕ ਗੋਲੀਆਂ ਮਹਿਲਾ ਤੇ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ। ਐਸਆਈ ਮਹਿਲਾ ਦਾ ਦੋਸਤ ਸੀ ਤੇ ਪਹਿਲਾਂ ਵੀ ਉਹਨਾਂ ਦੇ ਘਰ ਆਉਂਦਾ ਜਾਂਦਾ ਸੀ। ਪਰਿਵਾਰਿਕ ਮੈਂਬਰਾਂ ਮੁਤਾਬਿਕ ਘਟਨਾ ਉਸ ਵੇਲੇ ਵਾਪਰੀ ਜਦੋਂ ਮਹਿਲਾ ਅਤੇ ਪੁਲਿਸ ਮੁਲਾਜ਼ਮ ਵਿਹੜੇ ਵਿੱਚ ਬੈਠੇ ਚਾਹ ਪੀ ਰਹੇ ਸਨ ਤੇ ਘਰ ਵਿੱਚ ਮਹਿਲਾ ਦੀਆਂ 2 ਬੇਟੀਆਂ ਮੌਜੂਦ ਸਨ ਕਿ ਅਜਿਹੇ ਵਿੱਚ ਆਪਸੀ ਬਹਿਸ ਤੋਂ ਬਾਅਦ ਮਹਿਲਾ ਨੂੰ ਪੁਲਿਸ ਮੁਲਾਜ਼ਮ ਨੇ ਆਪਣੀ ਸਰਵਿਸ ਰਿਵਾਲਵਰ ਨਾਲ 2 ਗੋਲੀਆਂ ਮਾਰ ਦਿੱਤੀਆਂ। ਗੋਲੀ ਮਹਿਲਾ ਦੇ ਇੱਕ ਪੇਟ ਵਿੱਚ ਲੱਗੀ ਤੇ ਇੱਕ ਗੋਲੀ ਖਾਲੀ ਗਈ, ਜਿਸ ਨਾਲ ਮਹਿਲਾ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। सर रिया, मम्मा और ये अंकल बाहर बैठे थे, वर्दी में अंकल थे और बाहर बैठे थे, चाय पी रहे थे। इनकी कोई आपस में छोटी मोटी पता नहीं क्या बहस हुई होगी। हम लोग अंदर थे घर के, ये लोग वेड़े में बैठे थे, ये लोग बाहर बैठे, इनकी कोई आपस में बहस हुई, इन्होंने ना गोली चला दी। पहली फ्री गई, दूसरी लग गई उनके पेट में। वो जो पुलिस वाले वो घर पे पहले आते थे? हाँ आते थे, पर पापा के दोस्त थे, ऐसे उनसे मिलने आते रहते थे। पापा के दोस्त थे? अच्छा, तो उन्होंने गोली क्यों चला दी फिर घर पे? पता नहीं, उनकी आपस में कोई बहस हुई होगी। कितने फायर हुए? 2 ही थे, एक फ्री चला गया और एक उनके पेट में लग गई। पुलिस ने कोई बयान लिया अभी आपका? लिया था, पर इन्होंने उससे पहले हमें धमका दिया था कि जब तुमने मेरे अगेंस्ट कुछ बोला ना तो हम तेरे मम्मी पापा को अंदर करा देंगे। और पुलिस की तरफ से भी टॉर्चर किया जा रहा है? और ऊपर से मम्मा को भी यहाँ पे जब हॉस्पिटल में इमरजेंसी हॉल में रखा तो इन्होंने मम्मा को भी बोल दिया कि नहीं तो हम आपकी दोनों बेटियों को भी मार देंगे जब तूने मेरे अगेंस्ट कोई बोला तो। हाँ जी, ऑन ड्यूटी थे। क्या नाम क्या है? सुखपाल सिंह, कौन सा थाने में? जमालपुर। तो अभी क्या आपको पुलिस आई थी, अभी क्या आश्वासन दिया? अभी पुलिस आई, देखते हैं, अभी तो कुछ नहीं पता। बता तो हमने सब कुछ सच सच दिया, अब देखो क्या करती है पुलिस। उधर महिला ਦੇ ਪਤੀ ਨੇ ਦੋਸ਼ੀ ਪੁਲਿਸ ਮੁਲਾਜ਼ਮ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਉਸ ਨੂੰ ਮੁਅੱਤਲ ਕੀਤੇ ਜਾਣ ਦੀ ਵੀ ਗੱਲ ਕਹੀ। संजय विनोचा। संजय, ਤੁਸੀਂ ਜਿਹੜਾ ਸੁਖਪਾਲ ਜਿਹਨੇ ਗੋਲੀ ਮਾਰੀ ਹੈ, हाँ जी, ਤੁਹਾਡਾ ਦੋਸਤ ਸੀ? हाँ जी, हाँ जी। पिछले 5-7 साल तो घर आ जा रहे हैं ते वो उस दिन आया, मैं घर नहीं आई, मैं ऑफिस गया ते पिछों इन्हों की कोई बहस हुई होनी तो उन्हें फायर करता। मैनू शाम तक नहीं दसा गया, हॉस्पिटल ले आए कोई होया, मैनू शाम में नहीं दसा गया। मेरे बेटियां ने इन्ना डरा था कि नहीं बताना। शाम को मेरी बेटी का फ़ोन आया 6:45 बजे कि आप फोर्टिस आ जाओ, मम्मी ठीक नहीं है। मैं क्या हुआ, कहते हैं माँ थोड़ी प्रॉब्लम है, आप फोर्टिस आ जाओ, सीधे घर ना जाओ। ये सही फरार हो गया? नहीं ये ऐसा ही यहाँ पे मेरे वहाँ रात को 3-3:30 बजे तक यहाँ पे रात को फरार। पुलिस कोई बयान लेना आई? नहीं, कोई मेरा बयान लेनी है। मांग की है ਤੁਹਾਡੀ? मांग क्या है? मेरी मांग है कि उसको जेल होनी चाहिए जिसने गोली चलाई है, सर्विस और सर्विस के भी उसको डिजॉल्व होनी चाहिए, सर्विस से भी उसको सस्पेंड कर दिया जाना चाहिए। उसने सर्विस रिवॉल्वर से गोली चलाई? सर्विस रिवॉल्वर से गोली चली। हाँ जी। ਗੁਰਦਾਸਪੁਰ ਦੇ ਪਿੰਡ ਜੋਗੀ ਚੀਮਾ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਤੰਗਬਾਜ਼ੀ ਨੂੰ ਲੈ ਕੇ 2 ਧਿਰਾਂ ਵਿਚਕਾਰ ਖੂਨੀ ਜੰਗ ਹੋ ਗਈ। ਪਤੰਗ ਕੱਟਣ ਤੋਂ ਸ਼ੁਰੂ ਹੋਈ ਗਾਲੀ ਗਲੋਚ ਨੇ ਕੁਝ ਹੀ ਸਮੇਂ 'ਚ ਭਿਆਨਕ ਗੋਲੀਬਾਰੀ ਦਾ ਰੂਪ ਧਾਰਨ ਕਰ ਲਿਆ, ਜਿਸ 'ਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਧਰ ਪੁਲਿਸ ਨੇ ਵੀ ਮਾਮਲੇ ਦੀ ਜੜ ਫਰੋਲਣ ਦੀ ਸ਼ੁਰੂਆਤ ਕਰ ਦਿੱਤੀ ਹੈ। ਪੰਜਾਬ ਦੇ ਲੋਕਾਂ ਅੰਦਰੋਂ ਇਨਸਾਨੀਅਤ ਅਤੇ ਸਹਿਣ ਸ਼ਕਤੀ ਬਿਲਕੁਲ ਖਤਮ ਹੋ ਚੁੱਕੀ ਹੈ, ਕਿਉਂਕਿ ਨਿੱਕੀ ਜਿਹੀ ਗੱਲ ਤੇ ਇੱਥੇ ਗੋਲੀਬਾਰੀ ਹੋ ਜਾਂਦੀ ਹੈ। ਕਾਨੂੰਨ ਨਾਲ ਸ਼ਰੇਆਮ ਖਿਲਵਾੜ ਕਰ ਪਤਾ ਨਹੀਂ ਹਰ ਰੋਜ਼ ਕਿੰਨੇ ਜ਼ਖਮੀ ਹੁੰਦੇ ਨੇ ਤੇ ਕਿੰਨੇ ਸਿਵਿਆਂ ਦੇ ਰਾਹ ਜਾਂਦੇ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਹਲਕਾ ਕਾਦੀਆਂ ਦੇ ਨਜ਼ਦੀਕੀ ਪਿੰਡ ਜੋਗੀਆਂ ਚੀਮਾ ਦਾ, ਜਿੱਥੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਤੰਗਬਾਜ਼ੀ ਨੂੰ ਲੈ ਕੇ 2 ਧਿਰਾਂ ਵਿਚਕਾਰ ਖੂਨੀ ਜੰਗ ਹੋ ਗਈ। ਪਤੰਗ ਕੱਟਣ ਤੋਂ ਲੈ ਕੇ ਸ਼ੁਰੂ ਹੋਈ ਗਾਲੀ ਗਲੋਚ ਨੇ
ਕੁਝ ਹੀ ਸਮੇਂ 'ਚ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਸ਼ਰੇਆਮ ਪਿਸਤੌਲ ਕੱਢੇ ਗਏ, ਗੋਲੀਬਾਰੀ ਕੀਤੀ ਗਈ, ਬੋਤਲਾਂ ਨਾਲ ਅਟੈਕ ਵੀ ਕੀਤੇ ਗਏ। ਇਸੇ ਦੌਰਾਨ ਇੱਕ ਗੋਲੀ ਇੱਕ ਨੌਜਵਾਨ ਨੂੰ ਵੀ ਛੱਲੀ ਕਰ ਗਈ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਆ। ਉਸ ਨੂੰ ਤੁਰੰਤ ਬਟਾਲਾ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕੀਤਾ ਗਿਆ। ਪਹਿਲਾਂ ਦੇਖੋ ਕੁਝ ਖੌਫਨਾਕ ਤਸਵੀਰਾਂ। ਇਸ ਮੌਕੇ ਪਿੰਡ ਵਾਸੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੋਵੇਂ ਧਿਰਾਂ ਨੂੰ ਕਸੂਰਵਾਰ ਠਹਿਰਾਇਆ। ਲੜਾਈ ਇਹਨਾਂ ਦੀ ਹੁੰਦੀ ਆ ਕੋਈ ਪਤੰਗ ਵਾਲਿਆਂ ਦੀ, ਤੇ ਇਸ ਕਰਕੇ ਉਹਨਾਂ ਨੇ ਸ਼ੇਰਾ ਆਇਆ ਵਾ ਗੱਡੀ ਦੇ ਵਿੱਚ ਤੇ ਉਹਨੇ ਗਾਲਾਂ ਕੱਢੀਆਂ ਵਾ, ਬਹੁਤ ਗਾਲ ਕੱਢਣ ਡੇ ਆ। ਉਧਰੋਂ ਉਹਨਾਂ ਨੇ ਵੀ ਕੋਠੇ ਤੇ ਬਹੁਤ ਗਾਲ ਕੱਢੀ ਆ। ਫਿਰ ਇਹਨਾਂ ਨੇ ਪਿਸਟਲ ਚਲਾਏ ਆ, ਉਹਨਾਂ ਨੇ ਵੱਟੇ ਚਲਾਏ ਆ, ਇਹਨਾਂ ਨੇ ਵੱਟੇ ਚਲਾਏ, ਉਹਨਾਂ ਨੇ ਬੋਤਲਾਂ ਚਲਾਈਆਂ। ਫਿਰ ਉਹ ਗੋਲੀ ਜਾ ਕੇ ਜਦੋਂ ਉਹਨੇ ਫਾਇਲ ਕੀਤੇ ਆ ਤੇ ਉਹ ਗੋਲੀ ਜਿਹੜੀ ਆ ਉਹ ਪੰਕਲ ਦੇ ਛਾਤੀ 'ਚ ਲੱਗੀ ਜਾਵੇ। ਹਾਂਜੀ, ਜਦੋਂ ਇਸ ਬਾਬਤ ਜ਼ਖਮੀ ਧਿਰ ਦੀ ਰਿਸ਼ਤੇਦਾਰ ਔਰਤ ਨਾਲ ਗੱਲ ਕੀਤੀ ਗਈ ਤਾਂ ਉਹ ਸਿਰਫ ਦੂਜੀ ਧਿਰ ਤੇ ਹੀ ਦੋਸ਼ ਮੜਦੀ ਨਜ਼ਰ ਆਈ। ਹਾਂਜੀ ਕੀ ਹੋਇਆ ਉਸ ਤੋਂ ਬਾਅਦ? ਤੇ ਉਹਨਾਂ ਨੇ ਗਾਲਾਂ ਕੱਢੀਆਂ ਪਹਿਲੋਂ, ਫਿਰ ਇਹਨਾਂ ਨੇ ਵੀ ਕਿਤੇ ਗਾਲ-ਗੂਲ ਕੱਢੀ ਹੋਊਗੀ ਸਰ। ਅਸੀਂ ਤੇ ਥੱਲੇ ਚਾਹ ਫੜਾ ਕੇ ਥੱਲੇ ਚੱਲ ਗਏ ਤੇ ਫਿਰ ਉਹਨਾਂ ਨੇ ਰਿਵੋਲਵਰ ਲਿਆ ਕੇ ਗੋਲੀਆਂ ਚਲਾਤੀਆਂ। ਤਿੰਨ ਕੀਤੇ ਫੈਰ, ਤੀਜਾ ਫੈਰ ਲੱਗ ਗਿਆ ਮੁੰਡੇ ਨੂੰ। ਕਿੱਥੇ ਲੱਗਾ ਉਹਦੇ? ਆਹ ਖੱਬੇ ਸੱਜੀ ਬਾਹ ਨੂੰ। ਕਿਸ ਤਰ੍ਹਾਂ ਦੀ ਹਾਲਤ ਹੈ ਉਹਦੀ? ਹਾਲਤ ਸਾਰੇ ਕੁਛ ਨਹੀਂ ਸਕਦੇ, ਨਾ ਹੀ ਦੱਸ ਹੀ ਸਕਦੇ ਕਿਸੇ ਨੂੰ। ਆਪਣੀ ਉਹਦੀ ਸਕੀ ਮਾਸੀ ਦਾ ਮੁੰਡਾ ਉਹਨਾਂ ਦਾ, ਤੇ ਇਧਰੋਂ ਸਾਡੇ ਚਾਚੇ ਦਾ ਮੁੰਡਾ ਹੋ ਗਿਆ। ਉਹਨਾਂ ਦੇ ਵੀ ਚਾਚੇ ਦਾ ਵੀ ਲੱਗਾ ਤੇ ਮਾਸੀ ਦਾ ਵੀ ਲੱਗਾ। ਹਾਂਜੀ, ਤੇ ਕਰਕੇ ਸਾਰਾ ਹੀ ਤੇ ਮਤਲਬ ਉਧਰ ਮੌਕੇ ਤੇ ਪਹੁੰਚੇ SHO ਕਾਨੋਵਾਲ ਦਾ ਕਹਿਣਾ ਹੈ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਹੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਅੱਜ ਇੱਥੋਂ ਕੰਨਵਾਨ ਤੋਂ ਅੰਮ੍ਰਿਤਪਾਲ ਸਿੰਘ ਸਨ ਆਫ ਸਤਨਾਮ ਸਿੰਘ ਇੱਥੇ ਆਪਣੇ ਆਇਆ ਸੀ। ਜੋਗੀ ਚੀਮੇ ਪਿੱਛੋਂ ਜੋਗੀ ਚੀਮੇ ਦੇ ਇੱਥੇ ਲੋਹੜੀ ਮਨਾਉਣ ਆਇਆ ਸੀ। ਇਹਨਾਂ ਦੀ ਆਪਸ ਵਿੱਚ ਗੁੱਡੀ ਗੱਡੀ ਚੜਾਉਣ ਤੋਂ ਲੜਾਈ ਹੋਈ ਆ। ਇੱਥੋਂ ਗੋਲੀ ਚਲਾਈ ਆ, ਸ਼ਮਸ਼ੇਰ ਸਿੰਘ ਦਾ ਨਾਂ ਲੈ ਰਹੇ ਆ ਜੀ, ਤੇ ਉਹਦੇ ਮੋਢੇ ਤੇ ਵੱਜੀ ਆ। ਉਹਨੂੰ ਹੁਣ ਹਸਪੀਟਲ ਕਰਤਾ ਰੈਫਰ। ਹੁਣ ਉਹਦਾ ਬਿਆਨ ਲੈ ਕੇ ਜੋ ਵੀ ਕਾਰਵਾਈ ਅਮਲ ਵਿੱਚ। ਦਿੱਲੀ ਚੋਣਾਂ ਨੇ ਦਿੱਲੀ ਦੀ ਸਿਆਸਤ ਪੂਰੀ ਗਰਮਾ ਰੱਖੀ ਆ। ਸਾਰੀਆਂ ਪਾਰਟੀਆਂ ਸਿਰ ਤੋੜ ਮਿਹਨਤ ਕਰਦੀਆਂ ਨਜ਼ਰ ਆ ਰਹੀਆਂ ਨੇ। ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਆ, ਜਿਸ 'ਚ ਸਿਰਫ 45 ਮੌਜੂਦਾ ਵਿਧਾਇਕਾਂ ਨੂੰ ਹੀ ਟਿਕਟ ਦਿੱਤੀ ਗਈ ਆ। ਦੱਸ ਦਈਏ ਕਿ ਕੇਜਰੀਵਾਲ ਸਰਕਾਰ ਨੇ ਇਸ ਵਾਰ 6 ਦੀ ਬਜਾਏ 8 ਮਹਿਲਾ ਉਮੀਦਵਾਰ ਮੈਦਾਨ 'ਚ ਉਤਾਰੇ ਨੇ। अच्छे बीते 5 साल लगे रहो केजरीवाल नारे नाल मुड़ सत्ता दी कुर्सी लई केजरीवाल एंड टीम ने चोण प्रचार पूरी गहमा गहमी नाल शुरू कर दिता है। पिछले 5 सालां विच सिक्ख्या, सेहत अते लोकां नूं साफ पानी मुहैया करवाउण विच काफी हद तक सफल रही सरकार ने अपने कामकाज दे आधार ते लोकां नूं वोट पाउण दी अपील कीती है। दिल्ली सरकार ने विकास के नां ते वोट मंगी, पर टिकट लैण वालियां दी होड़ लगी रही। बीजेपी, कांग्रेस सने होर कई पार्टियां दे कई दिग्गज नेता आम आदमी पार्टी नाल आ खड़े होए ते हुण विधान सभा चोणां नूं लैके आम आदमी पार्टी ने अपने उम्मीदवारां दी सूची भी जारी कर दित्ती। 70 सीटां ते होण वालीआं चोणां लई आम आदमी पार्टी ने पूरे दमखम नाल चोण मुहिम शुरू कीती है। जेकर उम्मीदवारां दी सूची ते एक नज़र मारी जावे तां पॉलिटिकल अफेयर्स कमेटी दी बैठक विच जारी कीती गई सूची मुताबक 15 विधायकां दे टिकट घट दित्ते गए हन, जबकि 45 मौजूदा विधायकां नूं टिकट दित्ता गया है। दिल्ली के मुख मंत्री अरविंद केजरीवाल नवी दिल्ली तो, जबकि उप मुख्यमंत्री मनीष सिसोदिया पहाड़गंज तो चोण लड़नगे। पार्टी ने इस बार 6 की बजाय 8 महिला उम्मीदवारों को भी टिकट दी है। ਨਿਰਭਇਆ ਗੈਂਗਰੇਪ ਮਾਮਲੇ ਦੇ ਦੋਸ਼ੀਆਂ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ 2 ਦੋਸ਼ੀਆਂ ਨੇ ਆਪਣੇ ਬਚਾਓ ਲਈ ਸੁਪਰੀਮ ਕੋਰਟ ਪਟੀਸ਼ਨ ਪਾਈ ਸੀ, ਜਿਸ ਨੂੰ ਵਿਚਾਰ ਵਟਾਂਦਰੇ ਤੋਂ ਬਾਅਦ 5 ਜੱਜਾਂ ਦੇ ਬੈਂਚ ਨੇ ਰੱਦ ਕਰ ਦਿੱਤਾ, ਜਿਸ ਦੇ ਚੱਲਦਿਆਂ ਹੁਣ ਸਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਵੇਗੀ। ਨਿਰਭਇਆ ਗੈਂਗਰੇਪ ਮਾਮਲਾ ਹੁਣ ਇੱਕ ਵਾਰ ਫਿਰ ਕਾਫੀ ਮੋੜ ਲੈਂਦਾ ਨਜ਼ਰ ਆ ਰਿਹਾ। ਜਦੋਂ ਤੋਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਆ, ਉਦੋਂ ਤੋਂ ਹੀ ਮਾਮਲਾ ਕਾਫੀ ਤੁਲ ਫੜ ਚੁੱਕਿਆ। ਹੁਣ ਇੱਕ ਵਾਰ ਫਿਰ ਇਸ ਗੱਲ ਤੇ ਮੋਹਰ ਲੱਗ ਚੁੱਕੀ ਹੈ ਕਿ ਸਾਰੇ ਦੋਸ਼ੀ 22 ਜਨਵਰੀ ਨੂੰ ਫਾਂਸੀ ਤੇ ਲਟਕਾਏ ਜਾਣਗੇ।
ਜੀ ਹਾਂ, ਫਾਂਸੀ ਦੀ ਸਜ਼ਾ ਤੋਂ ਬਾਅਦ ਦੋਸ਼ੀ ਬਿਨੇ ਅਤੇ ਮੁਕੇਸ਼ ਵੱਲੋਂ ਸੁਪਰੀਮ ਕੋਰਟ ਅੱਗੇ ਇੱਕ ਪਟੀਸ਼ਨ ਪਾਈ ਗਈ ਸੀ, ਪਰ ਸੁਪਰੀਮ ਕੋਰਟ ਵੱਲੋਂ ਉਹਨਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਰੋਹਿਤਨ ਨਰੀਮਾਨ, ਆਰ ਵਾਨੂਵਤੀ ਅਤੇ ਅਸ਼ੋਕ ਭੂਸ਼ਣ ਦੇ ਬੈਂਚ ਨੇ ਇੱਕ ਬੰਦ ਕਮਰੇ 'ਚ ਦੋਸ਼ੀਆਂ ਦੀ ਅਰਜ਼ੀ ਤੇ ਵਿਚਾਰ ਵਟਾਂਦਰਾ ਕੀਤਾ ਸੀ। ਜਿਸ 'ਚ ਦੋਸ਼ੀਆਂ ਨੇ ਆਪਣੀ ਗਰੀਬੀ ਤੋਂ ਲੈ ਕੇ ਸਜ਼ਾ ਦੌਰਾਨ ਜੇਲ੍ਹ 'ਚ ਆਪਣੇ ਵਤੀਰੇ ਬਾਰੇ ਜ਼ਿਕਰ ਕਰਦਿਆਂ ਰਿਆਇਤ ਮੰਗੀ ਸੀ, ਪਰ ਬੈਂਚ ਨੇ ਇਹਨਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਅਰਜ਼ੀ ਨੂੰ ਰੱਦ ਕਰਦਿਆਂ ਇਸ ਫੈਸਲੇ ਤੇ ਮੋਹਰ ਲਗਾ ਦਿੱਤੀ ਹੈ ਕਿ ਸਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ੍ਹ 'ਚ ਫਾਂਸੀ ਦਿੱਤੀ ਜਾਵੇਗੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।